ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ ਨਗਮੇ ਦੇ ਬੋਲ। ਇੱਕ ਪਟੋਲਾ ਜਿਹਾ ਉਹ ਟਾਂਗੇ 'ਚ ਕੱਲਮ ਕੱਲੀ ਬੈਠੀ ਹੋਈ ਜਾ ਰਹੀ ਸੀ। ਅੱਜ ਫੇਰ ਉਹਨਾਂ ਦਾ ਮੇਲ ਹੋ ਗਿਆ। ਆਪਣੇ ਘਰੋਂ ਸਾਈਕਲ 'ਤੇ ਪੈਰ ਰੱਖਣ ਵੇਲੇ ਉਸ ਕਿਹਾ ਸੀ, ਹਾਏ ਰੱਬਾ ਕਿਤੇ ਜੇ ਉਹਦਾ ਦੀਦਾਰ ਹੋ ਜਾਏ। ਜਿਸ ਦਿਨ ਕਾਲਜ ਜਾਂਦੇ ਰਸਤੇ 'ਚ ਉਹਨਾਂ ਦੀ ਭੇਂਟ ਹੋ ਜਾਂਦੀ, ਸਾਰਾ ਉਹ ਦਿਨ ਉਹਦਾ ਹਸੂੰ ਹਸੂੰ ਕਰਦੇ ਬੀਤ ਜਾਂਦਾ। ਉਹਨੂੰ ਆਪਣਾ ਅੰਦਰ ਭਰਿਆ ਭਰਿਆ ਲੱਗਦਾ, ਲਿਖਣ ਪੜ੍ਹਨ 'ਚ ਰੱਜ ਕੇ ਦਾ ਮਨ ਲੱਗਦਾ। ਕਈ ਦਿਨਾਂ ਤੋਂ ਰਾਵਲਪਿੰਡੀ ਸ਼ਹਿਰ ਦੇ ਕਾਲਜੀਏਟ ਮੁੰਡਿਆਂ 'ਚ ਇੱਕ ਕੁੜੀ ਦੀ ਚਰਚਾ ਹੋ ਰਹੀ ਸੀ। ਕੋਈ ਕਹਿੰਦੇ ਪਹਾੜਨ ਹੈ, ਕੋਈ ਕਹਿੰਦੇ ਪਠਾਣੀ ਹੈ, ਕੋਈ ਕਹਿੰਦੇ ਕਸ਼ਮੀਰਨ ਹੈ। ਉਹਦੇ ਹੁਸਨ, ਉਹਦੇ ਪਹਿਰਾਵੇ, ਉਹਦੀ ਫੱਬਣ ਦੀਆਂ ਕਹਾਣੀਆਂ ਹੁੰਦੀਆਂ ਰਹਿੰਦੀਆਂ। ਡਾਢੀ ਸ਼ੈ ਵੇ, ਮੂਰਤ ਦੀ ਮੂਰਤ ਜਿਵੇਂ ਮੂੰਹ 'ਚ ਜ਼ੁਬਾਨ ਨਾ ਹੋਵੇ। ਅਣਵਿਦਾ ਮੋਤੀ ਟਹਿਕ ਰਹੀ ਕਲੀ, ਉਹਦੀਆਂ ਗੱਲਾਂ ਜਿਵੇਂ ਪਖਾਂ ਪਖਾਂ ਕਰਦੀਆਂ ਨੇ। ਉਹਦੀਆਂ ਮੋਟੀਆਂ-ਮੋਟੀਆਂ ਕਾਲੀਆਂ ਅੱਖੀਆਂ ਅਗਲੇ ਨੂੰ ਬੰਨ੍ਹ ਕੇ ਬਹਾ ਲੈਂਦੀਆਂ ਨੇ। ਕਿਸੇ ਵੱਲ ਵੇਖੇ ਤਾਂ ਸਹੀ, ਉਹ ਤਾਂ ਹਰ ਵੇਲੇ ਕਿਤਾਬ 'ਚ ਸਿਰ ਦਈ ਰੱਖਦੀ ਏ। ਸੱਚਮੁੱਚ ਉਹ ਟਾਂਗੇ 'ਚ ਬੈਠੀ ਕੋਈ ਕਿਤਾਬ ਜਾਂ ਕੋਈ ਰਿਸਾਲਾ ਪੜ੍ਹ ਰਹੀ ਹੁੰਦੀ। ਮਜਾਲ ਹੈ ਇੱਧਰ ਉੱਧਰ ਵੇਖ ਜਾਏ। ਮਜਾਲ ਹੈ ਉਹਦੇ ਸਿਰ ਤੋਂ ਉਹਦੀ ਚੁੰਨੀ ਲੈ ਜਾਏ। ਹਰ ਰੋਜ਼ ਨਵਾਂ ਸੂਟ, ਗਜ਼-ਗਜ਼ ਲੰਮੇ ਵਾਲ, ਕਦੀ 2 ਗੁੱਤਾਂ, ਕਦੀ 1 ਗੁੱਤ, ਕਦੀ ਜੂੜਾ, ਕਦੀ ਵਿੰਗੀ ਚੀਰ, ਕਦੀ ਸਿੱਧੀ ਚੀਰ, ਕਦੀ ਚੀਰ ਸੱਜੇ, ਕਦੀ ਚੀਰ ਖੱਬੇ। ਜਿਵੇਂ ਸਜਦੀ ਤਿਵੇਂ ਸੋਹਣੀ ਲੱਗਦੀ। ਉਹਦੇ ਚਿਹਰੇ ਵਿੱਚੋਂ ਜਿਵੇਂ ਲੋ ਉਮਲ ਰਹੀ ਹੋਵੇ, ਜਿਵੇਂ ਖੁਸ਼ਬੂ ਦੀ ਪੁਤਲੀ ਹੋਵੇ। ਉਹਦੇ ਵਿੱਚੋਂ ਲਪਟਾਂ ਫੁੱਟ-ਫੁੱਟ ਨਿਕਲਦੀਆਂ। ਉਹਨੂੰ ਇੱਕ ਨਜ਼ਰ ਵੇਖ ਕੇ ਉਹਦੇ ਕਲੇਜੇ ਨੂੰ ਠੰਡ ਪੈ ਜਾਂਦੀ ਅਤੇ ਅਕਸਰ ਸਾਈਕਲ 'ਤੇ ਬੈਠਾ ਸਵੇਰੇ ਸਵੇਰੇ ਕਾਲਜ ਜਾ ਰਿਹਾ ਉਹਦਾ ਜੀਅ ਕਰਦਾ ਉਹ ਮਿਲ ਪਵੇ ਅਤੇ ਉਹਦੀ ਹੈਰਾਨੀ ਦੀ ਹੱਦ ਨਾ ਰਹਿੰਦੀ, ਜਿਵੇਂ ਉਹਦੇ ਮਨ ਦੀ ਮੁਰਾਦ ਪੁਗਾਉਣ ਲਈ ਕੋਈ ਉਡੀਕ ਰਿਹਾ ਹੋਵੇ। ਕੁੜੀਆਂ ਦੇ ਹੋਸਟਲ ਤੋਂ ਲੰਘਦਾ ਹੀ ਕਿ ਰਬੜ ਟਾਇਰ ਛਣ-ਛਣ ਕਰਦਾ ਉਹਦਾ ਟਾਂਗਾ ਸਾਹਮਣੇ ਵਿਖਾਈ ਦਿੰਦਾ। ਟਾਂਗੇ ਦੀ ਪਿਛਲੀ ਸੀਟ 'ਤੇ ਟੰਗ 'ਤੇ ਟੰਗ ਰੱਖੀ ਬੈਠੀ ਉਹਦਾ ਸਲਵਾਰ ਦਾ ਪਹੁੰਚਾ ਉਹਦੀ ਜੁੱਤੀ ਨੂੰ ਢੱਕ ਰਿਹਾ। ਉਹ ਅੱਖੀਆਂ ਨੀਵੀਆਂ ਪਾਈ ਕਿਸੇ ਕਿਤਾਬ, ਕਿਸੇ ਅਖਬਾਰ ਰਸਾਲੇ ਨੂੰ ਪੜ੍ਹ ਰਹੀ ਹੁੰਦੀ। ਕਪਿਲ ਨੂੰ ਉਹ ਟਾਂਗੇ ਵਾਲੀ ਕੁੜੀ ਡਾਢੀ ਚੰਗੀ ਲੱਗਦੀ ਸੀ, ਪਰ ਮਜਾਲ ਹੈ ਉਹਦਾ ਜ਼ਿਕਰ ਉਸ ਕਿਸੇ ਨਾਲ ਕਦੀ ਕੀਤਾ ਹੋਏ। ਉਹਦੇ ਸੁਪਨਿਆਂ ਦੀ ਰਾਣੀ, ਇਹ ਪਾਕ ਰਾਜ਼ ਉਹਨੇ ਆਪਣੇ ਸੀਨੇ 'ਚ ਸਾਂਭ ਰੱਖਿਆ ਹੋਇਆ ਸੀ। ਅਤੇ ਉਸ ਦਿਨ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਟਾਂਗੇ ਵਾਲੀ ਕੁੜੀ ਹੀ ਤੇ ਜ਼ਾਹਿਦਾ ਸੀ, ਜਿਹਦਾ ਅੱਜ ਕੱਲ੍ਹ ਹਰ ਥਾਂ ਚਰਚਾ ਹੁੰਦਾ ਸੀ, ਹਰ ਰੋਜ਼ ਚਰਚਾ ਹੁੰਦਾ ਸੀ। ਕਪਿਲ ਦਾ ਮੂੰਹ ਨਿੱਕਾ ਜਿਹਾ ਨਿਕਲ ਆਇਆ। ਉਹਦਾ ਰੰਗ ਪੀਲਾ ਭੂਖ ਹੋ ਗਿਆ, ਜਿਵੇਂ ਦੰਦੋ ਦੰਦ ਭਰੀ ਦੁੱਧ ਦੀ ਵਲਟੋਈ ਕਿਸੇ ਚੁਰਾਹੇ 'ਚ ਵੀਟ ਜਾਏ। ਕੁਝ ਇਸ ਤਰ੍ਹਾਂ ਉਹਨੂੰ ਮਹਿਸੂਸ ਹੋਣ ਲੱਗ ਪਿਆ ਅਤੇ ਉਹਦੀ ਚਿੱਤਰੀ ਹੋਈ ਹਸੀਨ ਮੂਰਤ ਮਿਟ ਗਈ। ਉਸ ਦਿਨ ਤੋਂ ਬਾਅਦ ਉਸ ਕੁੜੀਆਂ ਦੇ ਹੋਸਟਲ ਵਾਲੀ ਸੜਕ ਵੱਲੋਂ ਲੰਘਣਾ ਬੰਦ ਕਰ ਦਿੱਤਾ। ਭਾਵੇਂ ਵਲਾਹ ਮਾਰਨਾ ਹੁੰਦਾ, ਉਹ ਖੱਬੇ ਹੱਥ ਦੀ ਦੂਜੀ ਸੜਕ ਫੜ ਲੈਂਦਾ। ਉਹਨਾਂ ਦੇ ਘਰ ਤੋਂ ਕਾਲਜ ਤਾਈਂ ਕਈ ਰਾਹ ਸਨ। ਉਹ ਦਿਨ ਤੇ ਫਿਰ ਉਸ ਕੁੜੀਆਂ ਦੇ ਹੋਸਟਲ ਵਾਲੀ ਸੜਕ 'ਤੇ ਕਦੀ ਪੈਰ ਨਹੀਂ ਪਾਇਆ। ਆਖਿਰ ਕਿਉਂ? ਇਹਦਾ ਜਵਾਬ ਕਪਿਲ ਕੋਲ ਨਹੀਂ ਸੀ। ਕਈ ਵਰ੍ਹੇ ਬੀਤ ਗਏ। ਉਸ ਆਪਣੀ ਪੜ੍ਹਾਈ ਖ਼ਤਮ ਕਰਕੇ ਨੌਕਰੀ ਵੀ ਕਰ ਲਈ ਸੀ, ਵਿਆਹ ਵੀ ਕਰਵਾ ਲਿਆ ਸੀ। ਅੱਜ ਕੱਲ੍ਹ ਉਹ ਲਾਹੌਰ ਰਹਿੰਦੇ ਸਨ। ਉਹਦੀ ਸਰਕਾਰੀ ਨੌਕਰੀ ਸੀ, ਉਹਦੀ ਤ੍ਰੀਮਤ ਡਾਕਟਰ ਸੀ। ਸ਼ਹਿਰ 'ਚ ਉਹਦਾ ਨਿਵੇਕਲਾ ਕਲੀਨਿਕ ਸੀ। ਨਵਾਂ ਉਹਨਾਂ ਦਾ ਵਿਆਹ ਹੋਇਆ ਸੀ। ਉਹਦੀ ਤ੍ਰੀਮਤ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਵੀ ਹੁਣੇ ਖ਼ਤਮ ਕੀਤੀ ਸੀ, ਪਰ ਉਹਦੇ ਹੱਥ 'ਚ ਸਫਾ ਸੀ। ਕਪਿਲ ਦੀ ਘਰਵਾਲੀ ਦਾ ਕਲੀਨਿਕ ਵਾਹਵਾ ਚੱਲ ਨਿਕਲਿਆ ਸੀ। ਅੱਗੇ ਪਿੱਛੇ ਲੇਡੀ ਡਾਕਟਰ ਮਿਸਿਸ ਕਪਿਲ ਦਾ ਬੜਾ ਚਰਚਾ ਸੀ। ਇੱਕ ਦਿਨ ਸ਼ਾਮੀ ਦਫ਼ਤਰੋਂ ਮੁੜਿਆ ਤਾਂ ਕਪਿਲ ਦਾ ਇੱਕ ਪੁਰਾਣਾ ਜਮਾਤੀ ਉਹਦੀ ਕੋਠੀ ਦੇ ਵਰਾਂਡੇ 'ਚ ਬੈਠਾ ਉਹਦੀ ਉਡੀਕ ਕਰ ਰਿਹਾ ਸੀ। ਮਲਿਕ ਅੱਜ ਕੱਲ੍ਹ ਇੱਕ ਉੱਘਾ ਰਾਜਸੀ ਨੇਤਾ ਬਣ ਗਿਆ ਸੀ। ਹਰ ਰੋਜ਼ ਅਖਬਾਰਾਂ 'ਚ ਉਹਦਾ ਜ਼ਿਕਰ ਹੁੰਦਾ ਸੀ। ਆਪਣੀ ਪਾਰਟੀ ਦਾ ਬੜਾ ਵੱਡਾ ਲੀਡਰ ਸੀ। ਹਮੇਸ਼ਾ ਖੁਸ਼ ਰਹਿੰਦਾ, ਖਿੜ ਹੱਸ ਰਿਹਾ, ਪਰ ਉਸ ਦਿਨ ਜਿਵੇਂ ਸੋਚਾਂ 'ਚ ਡੁੱਬਾ ਹੋਵੇ, ਫਿਕਰਮੰਦ, ਮੂੰਹ ਹਿੱਸਿਆ ਹੋਇਆ। ਚਾਹ ਪੀ ਰਹੇ ਆਖਿਰ ਉਸ ਆਪਣੇ ਮਨ ਦੀ ਗੰਢੜੀ ਖੋਲ੍ਹੀ। ਵਿਆਹਿਆ ਵਰਿਆ, ਧੀਆਂ ਪੁੱਤਰਾਂ, ਘਰ-ਬਾਰ ਵਾਲਾ ਸੀ, ਪਰ ਉਹਦੀ ਇੱਕ ਪੁਰਾਣੀ ਦੋਸਤੀ ਸੀ। ਉਸ ਕੁੜੀ ਨਾਲ ਕਾਲਜ ਦੇ ਜ਼ਮਾਨੇ ਦੀ ਉਹਦੀ ਅਸ਼ਨਾਈ ਸੀ। ਕੁੜੀ ਨੇ ਉਹਦੀ ਮੁਹੱਬਤ 'ਚ ਵਿਆਹ ਨਹੀਂ ਕਰਵਾਇਆ ਸੀ। ਸਾਰੀ ਉਮਰ ਉਂਝ ਦੀ ਉਂਝ ਛੜੀ ਰਹਿਣ ਦਾ ਫੈਸਲਾ ਕੀਤਾ ਸੀ। ਕੁਝ ਦਿਨ ਹੋਏ ਕਿਸੇ ਕਮਜ਼ੋਰੀ ਦੇ ਛਿਣ 'ਚ ਉਸ ਤੋਂ ਗਲਤੀ ਹੋ ਗਈ ਸੀ। ਕੁੜੀ ਹਾਮਲਾ ਸੀ। ਉਹਦੀ ਕਿਸੇ ਨਾ ਕਿਸੇ ਤਰ੍ਹਾਂ ਇਸ ਜ਼ਿੰਮੇਵਾਰੀ ਤੋਂ ਜਾਨ ਛੁਡਾਉਣੀ ਹੋਏਗੀ। ਜੇ ਇੰਜ ਨਹੀਂ ਹੁੰਦਾ ਤਾਂ ਉਹ ਬਰਬਾਦ ਹੋ ਕੇ ਰਹਿ ਜਾਏਗਾ। ਸਾਰੀ ਇੱਜ਼ਤ ਆਬਰੂ ਮਿੱਟੀ 'ਚ ਮਿਲ ਕੇ ਰਹਿ ਜਾਏਗੀ। ਉਹਦੀ ਬੀਵੀ, ਉਹਦੇ ਬੱਚੇ ਉਹਨੂੰ ਕਦੀ ਮਾਫ਼ ਨਹੀਂ ਕਰਨਗੇ। ਅਤੇ ਫਿਰ ਮਲਿਕ ਦੀਆਂ ਅੱਖਾਂ 'ਚ ਅੱਥਰੂ ਆ ਗਏ। ਬਾਲ ਬੱਚਿਆਂ ਵਾਲਾ
ਉਹਦੀ ਮੁਸੀਬਤ ਇਹ ਸੀ ਕਿ ਉਹ ਇਸ ਕੁੜੀ ਨੂੰ ਦਿਲੋਂ ਪਿਆਰ ਕਰਦਾ ਸੀ, ਇਸ ਲਈ ਕੋਈ ਕੁਰਬਾਨੀ ਕਰਨ ਲਈ ਤਿਆਰ ਸੀ। ਪਰ ਕਰਦਾ ਤਾਂ ਕੀ, ਉਹਦੇ ਘਰ ਵਾਲਿਆਂ ਨੇ ਉਹਦੀ ਗਿੱਚੀ 'ਤੇ ਹੱਥ ਰੱਖ ਕੇ ਉਹਦਾ ਵਿਆਹ ਕਰਵਾ ਛੱਡਿਆ ਸੀ। ਵਿਆਹ ਹੋਇਆ ਤੇ ਇੱਕ ਤੋਂ ਬਾਅਦ ਇੱਕ ਉਹਦੇ 3 ਬੱਚੇ ਵੀ ਹੋ ਗਏ ਸਨ, ਤਾਂ ਵੀ ਆਪਣੀ ਪੁਰਾਣੀ ਮੁਹੱਬਤ ਨੂੰ ਨਾ ਵਿਸਾਰ ਸਕਿਆ ਸੀ ਨਾ ਛੱਡ ਸਕਿਆ ਸੀ। ਭਾਵੇਂ ਮਲਿਕ ਨੇ ਆਪਣੇ ਮੂੰਹੋਂ ਨਹੀਂ ਸੀ ਕਿ ਇਹ ਕਿਹਾ, ਉਹਦੀ ਮਰਜ਼ੀ ਇਹੀ ਸੀ ਕਿ ਕਪਿਲ ਤੇ ਉਹਦੀ ਲੇਡੀ ਡਾਕਟਰ ਤ੍ਰੀਮਤ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ 'ਚ ਉਹਦੀ ਮਦਦ ਕਰਨ। ਬੜੀ ਭਾਰੀ ਜ਼ਿੰਮੇਵਾਰੀ ਦੀ ਗੱਲ ਸੀ ਵੀ ਗਲਤ ਗੱਲ। ਉਹਨੂੰ ਕੁਝ ਸਮਝ ਨਹੀਂ ਆ ਰਹੀ ਸੀ। ਇਹ ਤਾਂ ਜੁਰਮ ਸੀ, ਹੱਥਕੜੀਆਂ ਲੱਗ ਸਕਦੀਆਂ ਸਨ। ਤੇ ਫਿਰ ਜੇ ਕੁੜੀ ਨੂੰ ਕੁਝ ਹੋ ਗਿਆ, ਪਰਾਈ ਧੀ, ਉਹਨਾਂ ਦਾ ਤਾਂ ਮੂੰਹ ਕਾਲਾ ਹੋ ਕੇ ਰਹਿ ਜਾਏਗਾ। ਪਰ ਦੋਸਤ ਦੀ ਦੋਸਤੀ ਦਾ ਵੀ ਕੋਈ ਤਕਾਜ਼ਾ ਸੀ, ਤੇ ਫਿਰ ਆਪਣੇ ਇੰਨੇ ਪੁਰਾਣੇ ਦੋਸਤ ਦੇ ਮੂੰਹ 'ਤੇ ਉੱਡ ਰਹੀਆਂ ਹਵਾਈਆਂ ਵੱਲ ਉਹ ਤੋਂ ਵੇਖਿਆ ਨਹੀਂ ਸੀ ਜਾਂਦਾ। ਆਖਿਰ ਕਪਿਲ ਨੇ ਫੈਸਲਾ ਕੀਤਾ ਕਿ ਆਪਣੀ ਤ੍ਰੀਮਤ ਨਾਲ ਗੱਲ ਕਰੇਗਾ। ਉਸ ਗੱਲ ਕੀਤੀ, ਪਰ ਉਹਦੀ ਤ੍ਰੀਮਤ ਨੇ ਤੇ ਇਸ ਤਰ੍ਹਾਂ ਦਾ ਕੇਸ ਕੋਈ ਅਜੇ ਤੱਕ ਨਹੀਂ ਸੀ ਕੀਤਾ। ਇਸ ਤਰ੍ਹਾਂ ਦਾ ਆਪਰੇਸ਼ਨ ਕਲਮਕਲੀ ਡਾਕਟਰ ਤੋਂ ਕੀਤਾ ਵੀ ਨਹੀਂ ਸੀ ਜਾ ਸਕਦਾ। ਪਰ ਇਹ ਤਾਂ ਕਰਨਾ ਸੀ ਤੇ ਕਰਨਾ ਵੀ ਇਕੱਲਿਆਂ ਸੀ। ਅਗਲੇ ਕੰਨ ਖਬਰ ਨਹੀਂ ਹੋਣੀ ਚਾਹੀਦੀ ਸੀ। ਆਖਰ ਉਸ ਆਪਣੀ ਤ੍ਰੀਮਤ ਨੂੰ ਮਨਾ ਲਿਆ। ਲੇਡੀ ਡਾਕਟਰ ਨੇ ਆਪਣੇ ਕਲੀਨਿਕ ਵਿੱਚ ਨਰਸ ਦੀ ਮਦਦ ਨਾਲ ਕੁੜੀ ਦਾ ਆਪਰੇਸ਼ਨ ਕੀਤਾ। ਜਿਸ ਦਿਨ ਉਸ ਆਪਰੇਸ਼ਨ ਕੀਤਾ, ਉਸ ਸ਼ਾਮ ਮਰੀਜ਼ ਤਾਂ ਭਲੀ ਚੰਗੀ ਸੀ। ਲੇਡੀ ਡਾਕਟਰ ਨੂੰ ਖੁਦ ਬੁਖਾਰ ਆ ਗਿਆ। ਇੱਕ ਅੱਧ ਦਿਨ ਹੋਰ ਤੇ ਕੁੜੀ ਮੋਟਰ 'ਚ ਬਹਿ ਕੇ ਵਾਪਸ ਚਲੀ ਗਈ। ਪਰ ਉਹ ਸੀ ਕੌਣ? ਕਪਿਲ ਨੇ ਜਾਣਬੁੱਝ ਕੇ ਆਪਣੇ ਦੋਸਤ ਤੋਂ ਉਹਦਾ ਨਾਂ ਨਹੀਂ ਸੀ ਪੁੱਛਿਆ। ਕਾਹਨੂੰ ਕਿਸੇ ਨੂੰ ਸ਼ਰਮਿੰਦਾ ਕੀਤਾ ਜਾਏ। ਤੇ ਉਸ ਦਿਨ ਉਹਦੇ ਸਾਹਮਣੇ ਜਿਵੇਂ ਬੰਬ ਆਣ ਫਟਿਆ ਹੋਵੇ। ਉਂਝ ਹੀ ਨਾਸ਼ਤੇ ਦੀ ਮੇਜ਼ 'ਤੇ ਬੈਠੇ ਵਿਹਲੀਆਂ ਗੱਲਾਂ ਕਰ ਰਹੇ ਉਹਦੀ ਤ੍ਰੀਮਤ ਉਹਨੂੰ ਕਹਿਣ ਲੱਗੀ, ਇਹ ਜ਼ਾਹਿਦਾ ਹੈ ਕੌਣ? ਤੌਬਾ ਤੌਬਾ, ਕਿੰਨੀ ਸੋਹਣੀ ਕੁੜੀ ਏ, ਜਿਵੇਂ ਹੱਥ ਲਾਇਆ ਪਈ ਮੈਲੀ ਹੋਵੇ। ਉਹਦੇ ਵੱਲ ਤੇ ਵੇਖਿਆ ਨਹੀਂ ਜਾਂਦਾ। ਭਖਾਂ ਕਰ ਰਿਹਾ ਮੁਖੜਾ, ਮੋਟੀਆਂ ਕਾਲੀਆਂ ਅੱਖੀਆਂ, ਗਜ ਲੰਮੇ ਵਾਲ, ਉਹਦਾ ਜੋਬਨ ਛੁਲਕ ਪੈਂਦਾ ਸੀ। ਅੱਛਾ, ਤੇ ਜ਼ਾਹਿਦਾ ਸੀ? ਕਪਿਲ ਮੁੜ ਆਪਣੇ ਆਪ ਨੂੰ ਕਹਿੰਦਾ ਤੇ ਫਿਰ ਉਹਦਾ ਦਿਲ ਕਰਦਾ, ਕਾਸ਼ ਕਿ ਇੱਕ ਨਜ਼ਰ ਉਹਨੂੰ ਉਸ ਵੇਖ ਹੀ ਲਿਆ ਹੁੰਦਾ। ਪਰ ਕਾਹਨੂੰ? ਇਹ ਤਾਂ ਚੰਗਾ ਹੋਇਆ। ਜਿਸ ਦਿਨ ਉਹਦਾ ਆਪਰੇਸ਼ਨ ਹੋਣਾ ਸੀ, ਉਸ ਦਿਨ ਉਹਨੂੰ ਦੌਰੇ 'ਤੇ ਜਾਣਾ ਪੈ ਗਿਆ ਸੀ। ਤੇ ਉਂਝ ਵੀ ਆਪਣੀ ਡਾਕਟਰ ਤ੍ਰੀਮਤ ਦੇ ਮਰੀਜ਼ਾਂ ਬਾਰੇ ਉਸ ਕਦੀ ਪੁੱਛ-ਗਿੱਛ ਨਹੀਂ ਕੀਤੀ ਸੀ, ਤੇ ਨਾ ਹੀ ਉਹ ਕਦੀ ਉਹਨਾਂ ਵਿੱਚ ਕੋਈ ਦਿਲਚਸਪੀ ਲੈਂਦਾ ਸੀ। ਫਿਰ ਦੇਸ਼ ਆਜ਼ਾਦ ਹੋ ਗਿਆ। ਦੇਸ਼ ਨੂੰ ਵੰਡ ਦਿੱਤਾ ਗਿਆ। ਆਜ਼ਾਦ ਭਾਰਤ ਵਿੱਚ ਮਲਿਕ ਕਿਤੇ ਦਾ ਕਿਤੇ ਪੁੱਜ ਗਿਆ ਸੀ। ਕਦੀ ਉਹਦੀ ਮੁਲਾਕਾਤ ਹੋ ਜਾਂਦੀ, ਉਹਦਾ ਪੋਰ ਜਿਵੇਂ ਕਪਿਲ ਦਾ ਮਸ਼ਕੂਰ ਹੋਵੇ। ਉਸ ਦਿਨ ਤੋਂ ਕਪਿਲ ਨੂੰ ਆਪਣੇ ਭਰਾਵਾਂ ਤੋਂ ਵੀ ਵੱਧ ਸਮਝਣ ਲੱਗ ਪਿਆ ਸੀ। ਪਰ ਮਜਾਲ ਹੈ, ਕਪਿਲ ਜਾਂ ਉਹਦੀ ਤ੍ਰੀਮਤ ਨੇ ਇਹਦਾ ਕੋਈ ਫਾਇਦਾ ਉਠਾਉਣ ਦਾ ਕਦੀ ਸੋਚਿਆ ਹੋਵੇ। ਉਹ ਤਾਂ ਉਸ ਕਿੱਸੇ ਨੂੰ ਕਦੋਂ ਦਾ ਭੁਲਾ ਚੁੱਕ ਗਏ ਸਨ। ਤੇ ਫਿਰ ਉਹਨਾਂ ਸੁਣਿਆ ਮਲਿਕ ਨਹੀਂ ਰਿਹਾ ਸੀ। ਉਹਨਾਂ ਨੂੰ ਬੜਾ ਰੰਜ ਹੋਇਆ। ਅੱਜ ਕੱਲ੍ਹ ਕਪਿਲ ਨੂੰ ਜ਼ਾਹਿਦਾ ਦਾ ਖਿਆਲ ਆਉਂਦਾ, ਪਤਾ ਨਹੀਂ ਉਸ ਨਾਲ ਕੀ ਹੋਇਆ ਸੀ। ਵਿਚਾਰੀ ਕੁੜੀ, ਹੁਣ ਤੇ ਉਹ ਢਲ ਗਈ ਹੋਏਗੀ। ਉਹ ਆਪ ਜੇ ਪੁੱਤਰਾਂ ਪੋਤਰਿਆਂ ਧੀਆਂ ਦੋਤਰੀਆਂ ਵਾਲਾ ਹੋ ਗਿਆ ਸੀ। ਲਾਹੌਰ ਛੱਡ ਕੇ ਦਿੱਲੀ ਆਏ ਨੂੰ ਵੀ 35 ਵਰ੍ਹਿਆਂ ਤੋਂ ਵਧੇਕ ਹੋ ਗਏ ਸਨ। ਦੁਨੀਆ ਬਦਲ ਗਈ ਸੀ। ਦੇਸ਼ ਆਜ਼ਾਦ ਹੋਇਆ, ਪਾਕਿਸਤਾਨ ਬਣਿਆ। ਉਹ ਤਾਂ ਨੌਕਰੀ ਤੋਂ ਵੀ ਰਿਟਾਇਰ ਹੋ ਚੁੱਕਾ ਸੀ। ਐਤਵਾਰ ਦਾ ਦਿਨ ਸੀ। ਉਸ ਸ਼ਾਮ ਉਸ ਕਿਸੇ ਮੀਟਿੰਗ 'ਚ ਸ਼ਾਮਲ ਹੋਣਾ ਸੀ। ਕਪਿਲ ਦੀ ਤ੍ਰੀਮਤ ਵੀ ਤਿਆਰ ਹੋ ਪਈ। ਪਰ ਮੈਂ ਤੁਹਾਡੀ ਮੀਟਿੰਗ 'ਚ ਬੋਰ ਨਹੀਂ ਹੋਵਾਂਗੀ। ਮੈਂ ਤੁਹਾਨੂੰ ਉੱਥੇ ਲਾ ਕੇ ਕਨਾਟ ਪਲੇਸ ਜਾਵਾਂਗੀ ਤੇ ਮੁੜਦਿਆਂ ਤੁਹਾਨੂੰ ਲੈ ਲਾਂਗੀ। ਕਪਿਲ ਨੂੰ ਮਨਜ਼ੂਰ ਸੀ। ਇਸ ਬਹਾਨੇ ਕਾਰ ਤਾਂ ਉਹਦੀ ਤ੍ਰੀਮਤ ਚਲਾਏਗੀ। ਉਹਨੂੰ ਦਿੱਲੀ ਦੀ ਬੇਤਹਾਸ਼ਾ ਵੱਧ ਰਹੀ ਟ੍ਰੈਫਿਕ 'ਚ ਕਾਰ ਚਲਾਉਣਾ ਜ਼ਹਿਰ ਲੱਗਦਾ ਸੀ। ਘਰੋਂ ਨਿਕਲੇ ਤੇ ਬੂੰਦਾਬਾਂਦੀ ਸ਼ੁਰੂ ਹੋ ਗਈ। ਮੀਟਿੰਗ ਦੇ ਟਿਕਾਣੇ 'ਤੇ ਪਹੁੰਚਦੇ ਬਾਰਿਸ਼ ਕਾਫੀ ਤੇਜ਼ ਹੋ ਗਈ। ਉਹਦੀ ਤ੍ਰੀਮਤ ਨੇ ਗੇਟ ਦੇ ਸਾਹਮਣੇ ਕਾਰ ਰੋਕੀ ਤੇ ਉਹ ਦੌੜ ਕੇ ਸਾਹਮਣੇ ਪੋਰਚ ਵਿੱਚ ਜਾ ਖਲੋਤਾ। ਇੰਨੇ 'ਚ ਬਾਰਿਸ਼ ਹੋਰ ਤੇਜ਼ ਹੋ ਗਈ ਸੀ। ਮੋਟਰ 'ਚੋਂ ਨਿਕਲਣ ਤੇ ਪੋਰਚ ਵਿੱਚ ਪਹੁੰਚਣ ਤੀਕ ਜਿਹੜੀਆਂ ਕਣੀਆਂ ਉਸ 'ਤੇ ਪਈਆਂ, ਉਹਨਾਂ ਨੂੰ ਝਾੜਦਿਆਂ ਉਹਦੀ ਨਜ਼ਰ ਪੋਰਚ 'ਚ ਪਹਿਲੀ ਖਲੋਤੀ ਇੱਕ ਹੋਰ ਮਹਿਮਾਨ 'ਤੇ ਪਈ। ਉੱਚੀ ਲੰਮੀ, ਧੁਆਂਖਿਆ ਹੋਇਆ ਕਣਕ ਵੰਨਾ ਰੰਗ, ਮੋਟੀਆਂ ਕਾਲੀਆਂ ਅੱਖਾਂ, ਗਜ਼ ਲੰਮੇ ਵਾਲ, ਸਲਵਾਰ ਕਮੀਜ਼ ਵਿੱਚ ਅਤਿਅੰਤ ਸਲੀਕੇ ਦਾ ਪਹਿਰਾਵਾ, ਜਿਵੇਂ ਕੋਈ ਪੁਰਾਣੀ ਅਟਾਰੀ ਹੋਵੇ। ਪਛਾਤਾ ਅਣਪਛਾਤਾ ਚਿਹਰਾ। ਇੱਥੇ ਇੱਕ ਮੀਟਿੰਗ ਸੀ। ਕਪਿਲ ਨੇ ਉਸ ਔਰਤ ਦੇ ਹੁਸਨ ਵੱਲੋਂ ਆਪਣਾ ਧਿਆਨ ਹਟਾਉਂਦੇ ਹੋਏ ਪੁੱਛਿਆ। ਮੈਂ ਵੀ ਉਸੇ ਲਈ ਆਈ ਹਾਂ। ਤੇ ਫਿਰ ਉਸ ਸਾਹਮਣੇ ਬੰਦ ਦਰਵਾਜ਼ੇ ਵੱਲ ਵੇਖਿਆ। ਅਜੀਬ ਗੱਲ ਸੀ। ਉਹਨਾਂ ਨੂੰ ਮੀਟਿੰਗ ਲਈ ਬੁਲਾ ਲਿਆ ਗਿਆ ਸੀ ਤੇ ਅਜੇ ਤੱਕ ਕਿਸੇ ਨੇ ਬਿਲਡਿੰਗ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਸੀ। ਉੱਧਰ ਬਾਰਿਸ਼ ਵੀ ਜਿਵੇਂ ਅੱਜ ਹੋਵੇ। ਹੁਣ ਝੰਬ ਉਹਨਾਂ 'ਤੇ ਅੱਪੜ ਰਹੀ ਸੀ,
ਕਿੰਨਾ ਚਿਰ ਉਹ ਚੁੱਪ-ਚੁਪੀਤੇ ਖੜੋਤੇ ਰਹੇ। 2 ਅਜਨਬੀ। ਬਾਰਿਸ਼ ਹੁਣ ਹੋਰ ਤੇਜ਼ ਹੋ ਗਈ ਸੀ। ਆਕਾਸ਼ ਤੇ ਬੱਦਲ ਹੋਰ ਢੁੱਕ ਰਹੇ ਸਨ। ਵੇਖਦਿਆਂ ਜਿਵੇਂ ਹਨੇਰਾ ਹੋ ਗਿਆ। ਕਿੰਨਾ ਚਿਰ ਹੋਰ ਉਹ ਉਂਝ ਦੇ ਉਂਝ ਖਲੋਤੇ ਰਹੇ। ਠੰਡ ਵੱਧ ਰਹੀ ਸੀ। ਝੰਬ ਹੋਰ ਪਰੇਸ਼ਾਨ ਕਰਨ ਲੱਗ ਪਈ ਸੀ। ਤੇ ਫਿਰ ਉਹ ਹਸੀਨਾ ਆਪਣੇ ਆਪ ਨੂੰ ਮੀਟਿੰਗ ਵਾਲਿਆਂ ਦੇ ਘੱਲੇ ਕਾਰਡ ਦੇ ਚੌੜੇ ਲਿਫਾਫੇ ਨਾਲ ਢੱਕਦੀ ਹੋਈ ਤੇਜ਼ ਸੱਜੇ ਹੱਥ ਇੱਕ ਹੋਰ ਬਿਲਡਿੰਗ ਦੇ ਵਰਾਂਡੇ 'ਚ ਜਾ ਖਲੋਤੀ। ਖਬਰੇ ਇਹ ਵੇਖਣ ਲਈ ਕਿ ਕਿਤੇ ਮੀਟਿੰਗ ਉੱਥੇ ਤਾਂ ਨਹੀਂ ਹੋਣ ਵਾਲੀ ਸੀ। ਮੁੜ ਬੰਦ ਦਰਵਾਜ਼ਿਆਂ ਤੇ ਖਿੜਕੀਆਂ ਦੇ ਸ਼ੀਸ਼ਿਆਂ ਵਿੱਚੋਂ ਅੰਦਰ ਝਾਕਣ ਦੀ ਕੋਸ਼ਿਸ਼ ਕਰ ਰਹੀ ਸੀ। ਸਭ ਦਰਵਾਜ਼ੇ ਬੰਦ ਸਨ, ਸਭ ਖਿੜਕੀਆਂ ਬੰਦ ਸਨ। ਇੰਨੇ 'ਚ ਸਾਹਮਣੇ ਵਾਲਾ ਵੱਡਾ ਦਰਵਾਜ਼ਾ ਅੰਦਰੋਂ ਖੁੱਲ੍ਹਿਆ ਤੇ ਕਪਿਲ ਚੌਕੀਦਾਰ ਤੋਂ ਪੁੱਛਣ ਲੱਗਾ ਵੀ ਇੱਥੇ ਇੱਕ ਮੀਟਿੰਗ ਸੀ। ਆਹੋ ਮੀਟਿੰਗ ਤੇ ਹੈ, ਹੋਰ ਕੋਈ ਨਹੀਂ ਆਇਆ? ਆਉਂਦੇ ਹੀ ਹੋਣਗੇ, ਇਹ ਬਾਰਿਸ਼ ਵੀ ਤੇ ਬੇਵਕਤ ਹੋਣ ਲੱਗ ਪਈ ਹੈ। ਇੰਨੇ 'ਚ ਇੱਕ ਮੋਟਰ, ਦੂਜੀ ਮੋਟਰ, ਤੀਜੀ ਮੋਟਰ, ਇੱਕ ਤੋਂ ਬਾਅਦ ਇੱਕ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਮਹਿਮਾਨ ਆਉਣ ਲੱਗ ਪਏ। ਇਹ ਲੋਕ ਸਾਰੇ ਕਪਿਲ ਦੇ ਜਾਣੇ ਪਛਾਣੇ ਸਨ, ਪਰ ਇੰਝ ਜਾਪਦਾ ਜਿਸ ਸੰਸਥਾ ਨੇ ਮੀਟਿੰਗ ਬੁਲਾਈ ਸੀ ਉਹਦਾ ਕਰਤਾ ਧਰਤਾ ਅਜੇ ਤੱਕ ਨਹੀਂ ਅੱਪੜਿਆ ਸੀ। ਇੰਨੇ 'ਚ ਪੋਰਚ ਵਿੱਚ ਖਲੋਤੀ ਉਹ ਵੀ ਉਹਨਾਂ 'ਚ ਸ਼ਾਮਲ ਹੋਈ। ਅਰੇ ਜ਼ਾਹਿਦਾ, ਤੁਸੀਂ ਕਦੋਂ ਆਏ? ਕਪਿਲ ਦੇ ਇੱਕ ਪੁਰਾਣੇ ਦੋਸਤ ਨੇ ਅੱਗੇ ਵੱਧ ਕੇ ਉਹਦੇ ਨਾਲ ਹੱਥ ਮਿਲਾਇਆ। ਮੈਂ ਤੇ ਕਦੋਂ ਦੀ ਆਈ ਇੰਤਜ਼ਾਰ ਵੀ ਕਰਦੀ ਸੀ, ਜ਼ਾਹਿਦਾ ਨੇ ਆਪਣੀ ਮੁਤਰਨਮ ਆਵਾਜ਼ ਵਿੱਚ ਕਿਹਾ। ਤੇ ਜ਼ਾਹਿਦਾ ਸੀ? ਕਪਿਲ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਇੰਨੇ 'ਚ ਮੀਟਿੰਗ ਦੇ ਸੰਚਾਲਕ ਅੱਪੜ ਗਏ ਤੇ ਉਹਨਾਂ ਨੂੰ ਮੀਟਿੰਗ ਵਾਲੇ ਕਮਰੇ 'ਚ ਲੈ ਗਏ। ਮੀਟਿੰਗ 'ਚ ਜ਼ਾਹਿਦਾ ਪਤਾ ਨਹੀਂ ਕਿਸ ਕੋਨੇ 'ਚ ਜਾ ਬੈਠੀ ਸੀ। ਜਦੋਂ ਮੀਟਿੰਗ ਖਤਮ ਹੋਈ ਉਹ ਕਿਤੇ ਵੀ ਨਜ਼ਰ ਨਹੀਂ ਆਈ। ਇਹ ਤੀਜੀ ਵਾਰ ਸੀ ਕਿ ਨਗਮੇ ਦੇ ਬੋਲ ਉਹਦੇ ਹੋਠਾਂ 'ਤੇ ਆ ਕੇ ਗੁਆਚ ਗਏ ਸਨ। ਧੰਨਵਾਦ।